ਸਤਿ ਸ਼੍ਰੀ ਅਕਾਲ। ਲੋਕਰਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ। ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਅਕਸਰ ਹੀ ਅਸੀਂ ਕਹਿੰਦੇ ਹੁੰਦੇ ਆ ਕਿ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਰੱਖੀਏ ਜਾਂ ਫਿਰ ਸ਼ਹੀਦ ਜੋ ਕੌਮ ਵਾਸਤੇ, ਲੋਕਾਂ ਵਾਸਤੇ ਆਪਣੀ ਜਾਨ ਵਾਰ ਗਏ, ਜਾਨ ਦੀ ਜਿਨ੍ਹਾਂ ਨੇ ਪ੍ਰਵਾਹ ਵੀ ਨਹੀਂ ਕੀਤੀ ਹੈਗੀ, ਉਹ ਕਦੇ ਭੁੱਲਦੇ ਨੇ ਲੋਕਾਂ ਨੂੰ ਹੁੰਦੇ ਹੈਗੇ। ਭਾਵੇਂ ਸਦੀਆਂ ਬੀਤ ਜਾਣ ਜਾਂ ਦਹਾਕੇ ਬੀਤ ਜਾਣ, ਪੰਜਾਬੀਆਂ ਦਾ ਤਾਂ ਇਤਿਹਾਸ ਸ਼ਹੀਦੀਆਂ ਭਰਿਆ। ਪਰ ਹੁਣ ਗੱਲ ਇੱਥੇ ਆ ਗਈ ਕਿ ਆਪਣੇ ਸ਼ਹੀਦ ਅਸੀਂ ਯਾਦ ਕਿਵੇਂ ਰੱਖਣੇ ਹੈ ਅਤੇ ਸਾਡੇ ਅੱਗੇ ਉਹਨਾਂ ਦੀਆਂ ਜੋ ਸ਼ਹੀਦੀਆਂ ਆਉਣਗੀਆਂ, ਉਹ ਸ਼ਹੀਦੀਆਂ ਆਉਣਗੀਆਂ ਕਿਵੇਂ। ਜਿਵੇਂ ਸ਼ਹੀਦ ਸਰਦਾਰ ਭਗਤ ਸਿੰਘ 'ਤੇ ਹੁਣ ਇੱਕ ਵਿਵਾਦ ਛਿੜਿਆ ਹੋਇਆ, ਟੀਵੀ ਡਿਬੇਟ ਦਾ ਹਿੱਸਾ ਉਹ, ਕਿ ਉਹ ਸ਼ਹੀਦ ਹੈਗੇ ਨੇ ਜਾਂ ਨਹੀਂ। ਆਹ ਡਿਬੇਟ ਚੱਲੀ ਹੈ ਸਰਦਾਰ ਸਿਮਰਨਜੀਤ ਸਿੰਘ ਇੱਕ ਉਹਨਾਂ ਦੇ ਬਿਆਨ ਤੋਂ। ਅਕਸਰ ਪਹਿਲਾਂ ਵੀ ਉਹ ਬੋਲਦੇ ਹੁੰਦੇ ਨੇ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਨਹੀਂ ਹੈਗੇ, ਇੱਕ ਉਹ ਅੱਤਵਾਦੀ ਨੇ। ਅਤੇ ਇਸੇ ਗੱਲ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਜੋ ਬੇਟੇ ਨੇ ਇਮਾਨ ਸਿੰਘ ਮਾਨ, ਉਹਨਾਂ ਨੇ ਇੱਕ ਚਿੱਠੀ ਵੀ ਲਿਖਤੀ। ਉਹ ਕਹਿੰਦੇ ਵੀ ਅਜਾਇਬ ਘਰ ਦੇ ਵਿੱਚੋਂ ਭਗਤ ਸਿੰਘ ਦੀ ਫੋਟੋ ਹਟਾਈ ਜਾਵੇ। ਸੋ ਕਿਵੇਂ ਦੇਖੀਏ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਕਿ ਇੱਕ ਪਾਸੇ ਅਸੀਂ ਫਿਰ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸ਼ਹੀਦ ਸਾਡੇ ਤੋਂ ਜਾਨਾਂ ਵਾਰ ਕੇ ਛੋਟੀ ਉਮਰਾਂ ਦੇ ਵਿੱਚ ਉਹਨਾਂ ਮੂਵਮੈਂਟਾਂ ਦੇ ਹਿੱਸੇ ਬਣੇ, ਲੋਕਾਂ ਦੇ ਲਈ ਲੜੇ। ਉਹ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਹੋਰੀ ਹੋ ਗਏ, ਭਗਤ ਸਿੰਘ ਹੋਰੀ ਹੋ ਗਏ। ਅਤੇ ਅੱਜ ਫਿਰ ਆਪਾਂ ਹੁਣ ਮਤਲਬ ਇੰਨੇ ਸਾਲਾਂ ਬਾਅਦ ਇੱਕ ਮਾਣ ਦਾ ਟਾਈਮ ਲੰਘਾ ਕੇ ਫਿਰ ਅੱਜ ਅਸੀਂ ਆਹ ਡਿਸਕਸ ਕਰ ਰਹੇ ਹਾਂ ਕਿ ਸ਼ਹੀਦ ਹੈਗੇ ਨੇ ਜਾਂ ਨਹੀਂ ਹੈਗੇ ਨੇ, ਕਿਤੇ ਅੱਤਵਾਦੀ ਤਾਂ ਨਹੀਂ ਹੈਗੇ। ਇੱਕ ਤਾਂ ਇਹ ਬਹੁਤ ਹੀ ਬਦਕਿਸਮਤ ਦੀ ਗੱਲ ਹੈ। ਬਦਕਿਸਮਤੀ ਇਹ ਹੈ ਸਾਡੀ ਕਿ ਅਸੀਂ 90 ਸਾਲਾਂ ਬਾਅਦ ਲਗਭਗ 1931 ਦੇ ਵਿੱਚ ਸ਼ਹੀਦੀ ਹੋ ਗਈ ਸੀ। ਅੱਜ ਅਸੀਂ ਡਿਸਕਸ ਕਰ ਰਹੇ ਹਾਂ ਅਤੇ ਅੱਜ ਦੀ ਡੇਟ ਦੇ ਵਿੱਚ ਕਿਹੜੇ ਲੋਕ ਉਹਨੂੰ ਸਰਟੀਫਿਕੇਟ ਦੇਣ ਜਾਂ ਨਾ ਦੇਣ ਦੀਆਂ ਗੱਲਾਂ ਕਰ ਰਹੇ ਨੇ। ਇਹਨੂੰ ਥੋੜ੍ਹਾ ਸਮਝਣ ਦੀ ਲੋੜ ਹੈ ਇਸ ਵਰਤਾਰੇ ਨੂੰ। ਵੈਸੇ ਤਾਂ ਆਪਣੇ ਆਪ 'ਚ ਇਹ ਡਿਸਕਸ਼ਨ ਬੜੀ ਬਦਕਿਸਮਤ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦਾ ਨੋਟਿਸ ਨਹੀਂ ਸੀ ਲੈਣਾ ਚਾਹੀਦਾ। ਪਰ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਇਹਦੇ ਪਿੱਛੇ ਨੇ, ਉਹ ਚਾਹੁੰਦੀਆਂ ਨੇ, ਉਹਨਾਂ ਦਾ ਇੱਕ ਏਜੰਡਾ ਹੈ ਬਕਾਇਦਾ, ਉਸ ਕਰਕੇ ਇਹਦੇ ਉੱਪਰ ਗੱਲ ਕਰਨੀ ਪੈ ਰਹੀ ਹੈ, ਸਾਰਿਆਂ ਨੂੰ ਕਰਨੀ ਪੈ ਰਹੀ ਹੈ। ਇਹ ਸ਼ਹੀਦ ਭਗਤ ਸਿੰਘ ਨੂੰ ਤਾਂ ਕੋਈ ਲੋੜ ਨਹੀਂ ਕਿ ਉਹ ਸਿਮਰਨਜੀਤ ਮਾਨ ਜਾਂ ਉਹਦੇ ਬੇਟੇ ਤੋਂ ਜਾਂ ਕਿਸੇ ਹੋਰ ਤੋਂ ਸਰਟੀਫਿਕੇਟ ਲਵੇ। ਇਹਨਾਂ ਦਾ ਹੋ ਸਕਦਾ ਕਈ ਵਾਰ ਆਪਣਾ ਅਕੀਦਾ ਹੁੰਦਾ। ਦੇਖੋ, ਇਹਨਾਂ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਜੋ ਮਰਜ਼ੀ ਵਿਚਾਰ ਰੱਖਣ। ਇਹ ਵਿਚਾਰ ਰੱਖਣ ਤੇ ਪ੍ਰਗਟ ਕਰਨ ਦਾ ਹੱਕ ਵੀ ਤਾਂ ਮਿਲਿਆ ਹੋਇਆ ਹੈ ਕਿਉਂਕਿ ਕਿਸੇ ਟਾਈਮ ਸ਼ਹੀਦ ਭਗਤ ਸਿੰਘ ਹੋਣੀ, ਉਹਨਾਂ ਦੇ ਸਾਥੀ ਸਰਾਭੇ ਹੋਣੀ ਫਾਂਸੀਆਂ ਤੇ ਲਟਕ ਗਏ ਸੀ। ਨਹੀਂ ਤਾਂ ਇਹ ਵੀ ਨਹੀਂ ਸੀ ਮਿਲਣਾ। ਸ਼ਾਇਦ ਇਹ ਵੀ ਪੁੱਛ ਕੇ, ਅੰਗਰੇਜ਼ਾਂ ਤੋਂ ਪੁੱਛ ਕੇ ਕਰਨਾ ਪੈਂਦਾ। ਪਰ ਚਲੋ ਹੁਣ ਹੋ ਰਹੀ ਹੈ ਗੱਲ, ਤੇ ਇਹਦੇ ਵਿੱਚ ਮੇਰਾ ਖਿਆਲ ਹੈ ਵੀ ਜ਼ਰੂਰ ਥੋੜ੍ਹੀ ਬਹੁਤ ਗੱਲ ਕਰਨੀ ਚਾਹੀਦੀ ਹੈ। ਉਹਦਾ ਗੱਲ ਕਰਨ ਵਾਲੀ ਜਿਹੜੀ ਇਹ ਹੈ ਕਿ ਜਿਹੜੀ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹ ਕੌਮਾਂ ਖਤਮ ਹੋ ਜਾਂਦੀਆਂ ਨੇ। ਇਹ ਅੱਧੀ ਗੱਲ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਸਬਕ ਨਹੀਂ ਸਿੱਖਦੀਆਂ, ਉਹ ਖਤਮ ਹੋ ਜਾਂਦੀਆਂ। ਇਤਿਹਾਸ ਨੂੰ ਰੱਟੇ ਲਾਉਣ ਜਾਂ ਇਤਿਹਾਸ ਨੂੰ ਮੁੜ ਘਿੜ ਕੇ ਵਿੰਗਾ ਟੇਢਾ ਕਰਨ ਦੇ ਨਾਲ ਕਦੇ ਕੁਛ ਨਹੀਂ ਹੁੰਦਾ। ਸਾਡੇ ਹਿੰਦੁਸਤਾਨੀਆਂ ਦਾ ਇਤਿਹਾਸ ਹੈ। ਅਸੀਂ ਕਹਿੰਦੇ ਜੀ 5000 ਸਾਲ, ਸਾਡੀ 10,000 ਸਾਲ, ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪੁਰਾਣੀ ਸਭਿਅਤਾ ਹੈ। ਇਹ ਸਾਡੀ ਗੁਲਾਮੀ ਦੀ ਸਭਿਅਤਾ ਹੈ। ਅਸੀਂ ਇਹ ਸਬਕ ਨਹੀਂ ਸਿੱਖਿਆ ਕਿ ਸਾਨੂੰ ਦੂਏ ਆ ਕੇ ਗੁਲਾਮ ਕਿਉਂ ਬਣਾ ਲੈਂਦੇ ਰਹੇ ਨੇ। ਜੇ ਸਿੱਖਿਆ ਹੁੰਦਾ ਤਾਂ ਅਸੀਂ ਆਜ਼ਾਦ ਹੋ ਜਾਂਦੇ। ਇਹਦੀ ਥੋੜ੍ਹੀ ਜਿਹੀ ਚਿਣਗ ਅੰਗਰੇਜ਼ਾਂ ਦੀ ਐਜੂਕੇਸ਼ਨ ਦੀ ਵਜ੍ਹਾ ਦੇ ਨਾਲ ਫੈਲੀ, ਪੰਜਾਬ 'ਚ ਬਹੁਤ ਜ਼ਿਆਦਾ ਫੈਲੀ, ਅਤੇ ਪੰਜਾਬੀਆਂ ਨੇ ਬਹੁਤ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਪਾਇਆ। ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਹੈ ਔਰ ਉਹਦੇ 'ਤੇ ਸਭ ਨੂੰ ਮਾਣ ਹੋਣਾ ਚਾਹੀਦਾ ਹੈ। ਜੇ ਕੋਈ ਮਾਣ ਨਹੀਂ ਵੀ ਕਰਨਾ ਚਾਹੁੰਦਾ, ਮੇਰਾ ਖਿਆਲ ਉਹਦੇ 'ਤੇ ਆਪਾਂ ਨੂੰ ਕੀ ਇਤਰਾਜ਼ ਹੈ। ਉਹ ਰੋਈ ਜਾਵੇ, ਪਿੱਟੀ ਜਾਵੇ, ਉਹ ਕਹੀ ਜਾਵੇ ਵੀ ਡਾਇਰ ਚੰਗਾ ਸੀ, ਉਹਦੀ ਫੋਟੋ ਲਾ ਦਿਓ ਡਾਇਰ ਦੀ। ਇਹ ਉਹਨਾਂ ਦਾ ਹੱਕ ਹੈ, ਉਹਨਾਂ ਦਾ ਵਿਚਾਰ। ਪਬਲਿਕ ਸਫੀਅਰ ਦੇ ਵਿੱਚ, ਦੁਨੀਆ ਦੇ ਵਿੱਚ ਇਹ ਹੋ ਰਹੀ ਹੈ ਚਰਚਾ। ਉਹ ਆਪਣਾ ਘੁੰਡ ਚੱਕ ਕੇ ਦਿਖਾ ਰਹੇ ਨੇ। ਸੋ ਚੰਗੀ ਗੱਲ ਹੈ, ਮੈਂ ਤਾਂ ਸਮਝਦਾ। ਅੰਦਰ ਰੱਖਣ ਦੀ ਬਜਾਏ, ਜੇ ਕਿਸੇ ਨੂੰ ਭਗਤ ਸਿੰਘ ਨਾਲ ਨਫ਼ਰਤ ਹੈ, ਅੰਗਰੇਜ਼ਾਂ ਨਾਲ ਮੁਹੱਬਤ ਹੈ, ਜਾਂ ਉਹਨਾਂ ਦਾ ਕਈ ਤਾਂ ਉਹਦੀਆਂ ਖਾਨਦਾਨੀਆਂ ਫੋਲਦੇ ਫਿਰਦੇ ਨੇ ਲੋਕ, ਇਹਦੀ ਲੋੜ ਨਹੀਂ ਹੈ। ਮੈਂ ਸਮਝਦਾ ਉਹਨਾਂ ਦੀਆਂ ਕੁਛ ਮਜਬੂਰੀਆਂ ਨੇ। ਸਾਡੇ ਅੱਜ ਦੀ ਜਿਹੜੀ ਪੰਜਾਬ ਦੀ ਹਾਲਾਤ ਹੈ, ਪਰ ਇਹ ਡਿਸਕਸ਼ਨ ਦਾ ਭਗਤ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ। ਹਾਂ, ਆਈਡੀਓਲੋਜੀ ਨਾਲ ਕੋਈ ਬੜਾ ਸੰਬੰਧ ਹੈ। ਇਹਦਾ ਸੰਬੰਧ ਮੌਜੂਦਾ ਜਿਹੜੀ ਸਿਆਸਤ ਹੈ ਉਹਦੇ ਨਾਲ ਹੈ ਕਿ ਸੈਂਟਰ ਪੰਜਾਬ 'ਚ ਕੀ ਕਰਾਉਣਾ ਚਾਹੁੰਦਾ ਹੈ। ਇਹ ਉਹਦੇ ਨਾਲ ਜੁੜੀ ਹੋਈ ਗੱਲ ਹੈ। ਪਰ ਆਪਾਂ ਇਹਦੇ 'ਤੇ ਆਵਾਂਗੇ ਦੁਬਾਰਾ। ਥੋੜ੍ਹੀ ਜਿਹੀ ਇਹਦੀ ਮੈਂ ਬੈਕਗਰਾਊਂਡ 'ਚ ਜਾਣਾ ਚਾਹੁੰਦਾ ਕਿ ਅੰਗਰੇਜ਼ ਜਦੋਂ ਆਏ ਤਾਂ ਇਹ ਜਿਹੜੀਆਂ ਗੱਲਾਂ ਹੋਈਆਂ ਕਿਉਂ, ਅੱਜ ਜਿਹੜੀਆਂ ਅਸੀਂ ਕਰ ਰਹੇ ਹਾਂ।
ਦੇਖੋ ਭਗਤ ਸਿੰਘ ਸਾਡੇ ਸਾਹਮਣੇ ਸਾਰੇ ਪੰਜਾਬੀਆਂ ਦਾ, ਇੱਥੇ ਦਾ ਨਹੀਂ, ਸਾਰੇ ਹਿੰਦੁਸਤਾਨੀਆਂ ਦਾ, ਇੱਧਰਲੇ ਪਾਸੇ ਉਧਰ ਪਾਕਿਸਤਾਨੀਆਂ ਦਾ ਵੀ ਹੀਰੋ ਹੈ, ਹੀਰੋ ਰਹਿਣਾ ਉਹਨੇ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਹੋਰ ਹੀਰੋ ਬਣਾਉਣ ਦੀਆਂ, ਉਹਦੀ ਯਾਦ, ਉਹਦੀ ਕੁਰਬਾਨੀ, ਉਹਦੇ ਸਾਥੀਆਂ ਦੀ ਕੁਰਬਾਨੀ ਲੋਕਾਂ ਦੇ ਮਨਾਂ 'ਚ ਹੋਰ ਗਹਿਰੀ ਹੋਊਗੀ ਇਹਦੇ ਨਾਲ। ਸੋ ਇਸ ਕਰਕੇ ਡਿਸਕਸ਼ਨ ਤੋਂ ਟਲਣ ਵਾਲੀ ਕੋਈ ਗੱਲ ਨਹੀਂ। ਪਰ ਬਦਕਿਸਮਤੀ ਹੈ ਕਿ ਐਸੇ ਲੋਕ ਵੀ ਅਜੇ ਹੈਗੇ ਨੇ ਜਿਨ੍ਹਾਂ ਨੂੰ ਐਂ ਲੱਗਦਾ ਹੈ ਕਿ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਉਹ ਬੰਦੇ ਮਾੜੇ ਸੀ। ਇਹ ਮਸਲਾ ਕੀ ਹੈ? ਮਸਲਾ ਇਹ ਹੈ ਕਿ ਉਹ ਪੰਜਾਬੀਆਂ ਦੇ, ਪੰਜਾਬੀ ਨੌਜਵਾਨਾਂ ਦੇ, ਪੰਜਾਬੀਆਂ ਦੇ ਬਗਾਵਤ ਦੇ ਜਜ਼ਬੇ ਦਾ ਸਿੰਬਲ ਬਣ ਚੁੱਕਿਆ ਹੈ। ਕੁਝ ਲੋਕ ਅਸਲ ਦੇ ਵਿੱਚ ਉਹਨੂੰ ਇਹ ਕਹਿਣਾ ਚਾਹੁੰਦੇ ਨੇ ਵੀ ਉਹ ਸਿੱਖਾਂ ਦਾ ਸ਼ਹੀਦ ਹੁੰਦਾ ਧਰਮ ਦੇ ਲਈ, ਸਿੱਖਾਂ ਦਾ ਸ਼ਹੀਦ ਨਹੀਂ ਹੈ ਇਹ ਉਹ ਕਹਿਣਾ ਚਾਹੁੰਦੇ ਨੇ। ਇਹਦੀ ਜਿਹੜੀ ਬੈਕਗਰਾਉਂਡ ਹੈ ਇੱਥੇ ਨਹੀਂ ਹੈ। ਇਹ 1857 'ਚ ਸਾਨੂੰ ਜਾਣਾ ਪਊਗਾ। ਜਦੋਂ ਅੰਗਰੇਜ਼ ਇੱਥੇ ਆਏ ਤਾਂ ਇੱਥੇ ਬਹੁਤ ਸਾਰੀਆਂ, ਲਗਭਗ 6000 ਤਾਂ ਜਾਤਾਂ ਸੀ, ਕੌਮਾਂ ਬੜੀਆਂ ਸੀ, ਭਾਸ਼ਾਵਾਂ ਬੜੀਆਂ ਸੀ। ਇਹ ਮੈਨੇਜ ਕਰਨਾ ਬੜਾ ਔਖਾ ਸੀ। ਅੰਗਰੇਜ਼ਾਂ ਦਾ ਮੋਟਾ ਕੰਮ ਸੀਗਾ। ਦੇਖੋ ਆਪਾਂ ਵੀ ਉਹਨਾਂ ਦੀ ਜਗ੍ਹਾ ਹੁੰਦੇ ਤਾਂ ਇਸ ਤਰ੍ਹਾਂ ਹੀ ਹੁੰਦਾ ਕਿ ਮੋਟੀਆਂ ਜਿਹੜੀਆਂ ਕੈਟੇਗਰੀਜ਼ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਵੰਡ ਲਓ, ਉਹਨਾਂ ਨੂੰ ਵੰਡ ਕੇ ਲੜਾਓ, ਉਹਨਾਂ ਦੇ ਲੀਡਰ ਨੇ ਜਿਹੜੇ ਉਹਨਾਂ ਰਾਹੀਂ ਉਹਨਾਂ ਤੇ ਰਾਜ ਕਰੋ। ਇਹ ਉਹਨਾਂ ਨੇ ਕੀਤਾ। ਹਿੰਦੂ, ਸਿੱਖ, ਮੁਸਲਮਾਨ, ਉਹ ਇਸੇ ਕਰਕੇ ਚਰਬੀ ਹੋਰ ਲਾਉਣ ਦੀ ਕੀ ਲੋੜ ਸੀ। 1857 'ਚ ਜਿਹੜਾ ਕੰਮ ਹੋਇਆ ਨਾ ਵੀ ਸੂਰ ਤੇ ਗਊ ਦੀ ਚਰਬੀ ਦਾ ਜਿਹੜਾ ਮਸਲਾ ਖੜਾ, ਉਹ ਇਸ ਕਰਕੇ ਹੋਇਆ ਸੀ। ਚਲੋ ਪੰਜਾਬ 'ਚ ਤਾਂ ਬੜੇ ਲੇਟ ਆਏ, ਲਗਭਗ 1850 ਦੇ ਵਿੱਚ ਉਹ ਪਹੁੰਚੇ ਇੱਥੇ। ਉਹਨਾਂ ਨੇ ਆਉਂਦੀ ਸਾਰ ਕੀ ਕਰਿਆ? ਮਤਲਬ ਗਊ ਹੱਤਿਆ ਦੀ ਖੁੱਲ੍ਹ ਦੇ ਦਿੱਤੀ, ਦੰਗੇ ਫਸਾਦ ਕਰਾਏ। 1850 'ਚ ਹੀ ਸ਼ੁਰੂ ਹੋ ਗਏ ਸੀ। ਹਿੰਦੂਆਂ ਨੂੰ, ਸਿੱਖਾਂ ਨੂੰ, ਮਤਲਬ ਮੁਸਲਮਾਨਾਂ ਨੂੰ ਲਹਿਦਾ ਵੰਡਿਆ। ਔਰ ਸਾਡੇ ਵਿੱਚ ਜਿਹੜੇ ਅੰਗਰੇਜ਼ੀ ਪੜ੍ਹੇ ਲਿਖੇ ਲੋਕ ਸੀ ਉਹਨਾਂ ਨੇ ਲਹਿਰਾਂ ਚਲਾਈਆਂ। ਆਰੀਆ ਸਮਾਜ, MDA, ਸਾਡੇ ਸਿੰਘ ਸਭਾ, ਇਹ ਉਹਨਾਂ ਲੋਕਾਂ ਦੀਆਂ ਸੀ। ਬਾਅਦ ਦੇ ਵਿੱਚ ਇਹਨਾਂ 'ਚੋਂ ਦੇਸ਼ ਭਗਤ ਵੀ ਕਈ ਨਿਕਲੇ, ਪਰ ਇਹ ਜ਼ਿਆਦਾਤਰ ਜਿਹੜੀਆਂ ਚੱਲੀਆਂ ਅੰਗਰੇਜ਼ੀ ਜਿਹੜਾ ਸੱਭਿਆਚਾਰਕ ਪ੍ਰਭਾਵ ਸੀ ਉਹਦੇ ਤਹਿਤ ਨਿਕਲੀਆਂ। ਇਹਦੀ ਜੜ ਕਿਸ ਗੱਲ 'ਚ ਹੈ? ਜੜ ਇਸ ਗੱਲ 'ਚ ਹੈ ਕਿ ਉਹ ਪੰਜਾਬੀਆਂ ਨੂੰ ਐਜ਼ ਏ ਕੌਮ ਨਹੀਂ ਸੀ ਮੰਨਣਾ ਚਾਹੁੰਦੇ। ਉਹ ਪੰਜਾਬੀਆਂ ਨੂੰ ਵੰਡ ਕੇ ਮੰਨਣਾ ਚਾਹੁੰਦੇ ਸੀ ਵੀ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਪੰਜਾਬੀ ਨਹੀਂ ਹਨ। ਇਸੇ ਤਰ੍ਹਾਂ ਬੰਗਾਲ 'ਚ ਹੋਇਆ। ਬੰਗਾਲ ਨੂੰ ਤਾਂ ਉਹਨਾਂ ਨੇ 2 ਵਾਰ ਵੰਡਿਆ। ਸਾਡੀ ਜਿਹੜੀ ਡਿਵੀਜ਼ਨ ਵੀ ਹੋਈ ਹੈ ਹਿੰਦੁਸਤਾਨ ਦੀ, ਉਹ ਇਸ ਬੇਸਿਸ ਦੇ ਉੱਪਰ ਹੋਈ ਕਿ ਉਹਨਾਂ ਨੇ ਧਾਰਮਿਕ ਜਿਹੜੀਆਂ ਪਰੰਪਰਾਵਾਂ ਸੀ, ਧਾਰਮਿਕ ਕੌਮਾਂ ਕਹਿ ਲਓ, ਉਹਨੂੰ ਧਾਰਮਿਕ ਗਰੁੱਪ ਕਹਿ ਲਓ, ਉਹਨਾਂ ਨੂੰ ਆਪਸ ਵਿੱਚ ਵੰਡ ਕੇ ਲੜਾਇਆ। ਅੱਛਾ, ਉਹਦੇ 'ਚ ਇੱਕ ਗੱਲ ਸੱਚੀ ਹੈ, ਉਹਦੇ ਨਾਲ ਸਿੱਖ ਜਿਹੜੀ ਕੌਮ ਕਹਿ ਲਓ ਜਾਂ ਸਿੱਖ ਪੰਥ ਜਾਂ ਸਿੱਖ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਧੱਕਾ ਹੋਇਆ। ਧੱਕਾ ਇਹ ਹੋਇਆ ਕਿ ਜਦੋਂ ਤੁਸੀਂ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਰਹੇ ਹੋ, ਹਿੰਦੁਸਤਾਨ ਲਗਭਗ ਹਿੰਦੂਆਂ ਦਾ ਬਣ ਗਿਆ। ਸਿੱਖਾਂ ਦੇ ਮਨ ਦੇ ਵਿੱਚ ਇਹ ਪਰਮਾਨੈਂਟਲੀ ਇਹ ਗੱਲ ਆਉਣੀ ਸੀਗੀ ਵੀ ਸਾਡਾ ਰਾਜ ਸਾਨੂੰ ਦੇ ਦਿਓ ਫਿਰ। ਪਰ ਉਹਦੇ 'ਚੋਂ ਇਹ ਮੰਗਾਂ ਸਿੱਖ ਹੋਮਲੈਂਡ ਦੀ, ਖਾਲਿਸਤਾਨ ਦੀ, ਇਹ ਨਿਕਲੀਆਂ। ਹੋਇਆ ਕੀ ਜਿਹੜਾ ਹੁਣ ਵੀ ਹੋ ਰਿਹਾ ਹੈ, ਅਸੀਂ ਉਹ ਅੰਗਰੇਜ਼ਾਂ ਤੋਂ ਜਿਹੜਾ ਉਹਨੇ ਸਾਨੂੰ ਲੜਾ ਕੇ ਮੁਲਕ ਵੰਡ ਕੇ ਪਹਿਲਾਂ ਸਾਡੇ ਤੇ ਰਾਜ ਕੀਤਾ, ਫਿਰ ਉਹ ਵੰਡ ਕੇ ਗਏ, ਅਸੀਂ ਇਹ ਤੋਂ ਸਬਕ ਨਹੀਂ ਸਿੱਖਿਆ। ਇਸ ਕਰਕੇ ਸਾਡੀ ਦੁਰਦਸ਼ਾ ਹੈ। ਅਸੀਂ ਜੇ ਪੰਜਾਬੀ ਦੇ ਤੌਰ ਤੇ ਇਕੱਠੇ ਹੋਈਏ, ਜੇ ਕਸ਼ਮੀਰ ਇਕੱਠਾ ਹੋਵੇ, ਜੇ ਬੰਗਾਲ ਇਕੱਠਾ ਹੋਵੇ, ਤੁਸੀਂ ਦੇਖੋ ਨਾ ਜਿਹੜਾ ਮਤਲਬ, ਚਲੋ ਅਸੀਂ ਤਾਂ ਜੇ ਪਾਸੇ ਛੱਡ ਲਈਏ, ਪਾਕਿਸਤਾਨ ਜਦੋਂ ਬਣਿਆ, ਪੱਛਮੀ ਪਾਕਿਸਤਾਨ ਸੀਗਾ ਤੇ ਪੂਰਬੀ ਪਾਕਿਸਤਾਨ ਸੀ ਜਿਹੜਾ ਬੰਗਲਾਦੇਸ਼ ਬਣਿਆ ਬਾਅਦ ਦੇ ਵਿੱਚ। ਜੇ ਧਰਮ ਦੇ ਨਾਂ ਤੇ ਰਾਜ ਸਥਾਪਿਤ ਹੋ ਸਕਦਾ ਹੁੰਦਾ, ਧਰਮ ਦੇ ਨਾਂ ਦੇ ਉੱਪਰ ਯੂਨਿਟੀ ਇੰਨੀ ਜ਼ਿਆਦਾ ਹੋ ਸਕਦੀ ਹੁੰਦੀ, ਤਾਂ ਬੰਗਲਾਦੇਸ਼ ਬਣਾਉਣ ਦੀ ਕੀ ਜ਼ਰੂਰਤ ਪੈ ਗਈ ਉਹਨਾਂ ਨੂੰ ਥੋੜੀ ਦੇਰ ਬਾਅਦ? ਬਿਲਕੁਲ 47 'ਚ ਤਾਂ ਉਹ ਤਾਂ ਦੋਨੇ ਮੁਸਲਮਾਨ ਹੀ ਸੀਗੇ ਉਹ। ਸੋ ਸਾਡੇ ਵਹਿਮ ਕੀ ਹੁੰਦਾ ਆਮ ਲੋਕਾਂ ਨੂੰ ਕਿ ਸਾਨੂੰ ਜੀ ਸਾਡੀ ਮਰਜ਼ੀ ਦਾ, ਸਾਡੀ ਕੌਮ ਦਾ, ਸਾਡੇ ਧਰਮ ਵਾਲਿਆਂ ਦਾ ਰਾਜ ਦੇ ਦਿਓ, ਫਿਰ ਸਾਡਾ ਸਾਰਿਆਂ ਦਾ ਰਾਜ ਹੋ ਜਾਊਗਾ। ਇਹ ਦੁਨੀਆ ਦੇ ਵਿੱਚ ਇਹ ਜਿਹੜੀ ਮੂਰਖਤਾ ਹੈ ਨਾ, ਇਹਦੇ 'ਚ ਲੋਕਾਂ ਨੇ ਬੜੀ ਵਾਰ ਜੁੱਤੀਆਂ ਖਾਧੀਆਂ ਨੇ। ਹੁਣ ਸਾਡੇ ਪੰਜਾਬ 'ਚ ਆਮ ਆਦਮੀ ਦਾ ਰਾਜ ਹੋਇਆ ਹੀ, ਆਪਾਂ ਬੈਠੇ ਆਮ ਆਦਮੀ ਆਪਣਾ ਰਾਜ ਹੈਗਾ ਨਾ। ਇਦਾਂ ਹੀ ਹੁੰਦਾ। ਬਿਲਕੁਲ, ਰਾਜ ਤਾਂ ਥੋੜੇ ਜਿਹੇ ਬੰਦਿਆਂ ਨੇ ਕਰਨਾ ਹੁੰਦਾ ਹੈ। ਅੱਜ ਤੁਸੀਂ ਖਾਲਿਸਤਾਨ ਦੇ ਦਿਓ, ਅੱਜ ਇੱਕ ਦੂਜੇ ਦੇ ਗਾਟੇ ਲਾਉਣ ਲੱਗ ਜਾਣਗੇ ਮਾਨ ਸਾਹਿਬ ਹੋਣੀ ਕਿ ਮੈਂ ਪ੍ਰਧਾਨ ਬਣਨਾ, ਮੈਂ ਬਣਨਾ। ਗੁਰਦੁਆਰਿਆਂ ਦੇ ਸਾਨੂੰ ਇੱਕ ਗੁਰਦੁਆਰੇ ਪਿੱਛੇ ਸਾਨੂੰ ਮਤਲਬ ਸਮਝ ਆ ਜਾਂਦੀ ਹੈ ਗੱਲ। ਬਿਲਕੁਲ, ਮੈਂ ਸਾਰੀ ਦੁਨੀਆ ਦੇ ਵਿੱਚ ਲਗਭਗ ਘੁੰਮੇ ਜਿੱਥੇ ਆਪਣੇ ਸਿੱਖ ਭਰਾ ਹੈਗੇ ਨੇ ਜੀ, 1-2 ਮੁਲਕਾਂ ਨੂੰ ਛੱਡ ਕੇ। ਜਿੱਥੇ ਜਿੱਥੇ ਗਏ ਅਸੀਂ ਦੇਖਿਆ ਕਿ ਇੰਨੀ ਮਿਹਨਤ ਮਸ਼ੱਕਤ ਕਰਕੇ, 10 ਨੌਹਾਂ ਦੀ ਕਿਰਤ ਕਰਕੇ ਇੰਨੀਆਂ ਸੋਹਣੀਆਂ ਥਾਵਾਂ ਤੇ ਜ਼ਮੀਨਾਂ ਖਰੀਦ ਕੇ ਗੁਰਦੁਆਰੇ ਬਣਾਉਂਦੇ ਨੇ। ਮਤਲਬ ਤੁਹਾਡਾ ਸਿਰ ਝੁਕ ਜਾਂਦਾ ਹੈ। ਜਿਉਂ ਹੀ ਗੁਰਦੁਆਰਾ ਬਣ ਜਾਂਦਾ, ਜਿਉਂ ਹੀ ਇਨਕਮ ਸ਼ੁਰੂ ਹੋ ਜਾਂਦੀ ਹੈ, ਕਮੇਟੀਆਂ 2 ਬਣ ਜਾਂਦੀਆਂ ਨੇ, ਡਾਂਗ ਸੋਟਾ ਸ਼ੁਰੂ ਹੋ ਜਾਂਦਾ ਹੈ, ਕਚਹਿਰੀਆਂ 'ਚ ਮੁਕੱਦਮੇ ਚੱਲਦੇ ਨੇ। ਇਹ ਸਾਡੀ ਅੱਜ ਦੀ ਦਸ਼ਾ ਹੈ।
ਕਿਤੇ ਜਾ ਕੇ ਦੇਖ ਲਓ ਤੁਸੀਂ ਇਹ। ਸੋ ਅਸੀਂ ਆਪਣੇ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਪਰ ਕਿਉਂਕਿ ਅਸੀਂ ਸਬਕ ਨਹੀਂ ਸਿੱਖਦੇ ਇਤਿਹਾਸ ਤੋਂ, ਇਸ ਕਰਕੇ ਸਾਡੇ ਉੱਪਰ ਦੂਜੇ ਬੰਦੇ ਜਿਹੜੇ ਰਾਜ ਕਰਨ ਵਾਲੇ ਨੇ ਉਹ ਸਾਡੀਆਂ ਇਹਨਾਂ ਕਮਜ਼ੋਰੀਆਂ ਨੂੰ ਫੜ ਕੇ ਸਾਨੂੰ ਨਚਾਉਂਦੇ ਟਪਾਉਂਦੇ ਰਹਿੰਦੇ ਨੇ। ਇਹ ਡਿਸਕਸ਼ਨ ਉਸ ਵਿੱਚੋਂ ਨਿਕਲੀ ਹੋਈ ਹੈ। ਮਾਨ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ, ਜਿਹੜੀਆਂ ਵੀ ਸ਼ਕਤੀਆਂ ਉਹਦੇ ਪਿੱਛੇ ਨੇ ਉਹਨਾਂ ਵੱਲੋਂ, ਕਿ ਤੂੰ ਕਿਵੇਂ ਨਾ ਕਿਵੇਂ ਪੰਗਾ ਪਾਈ ਰੱਖ, ਚਾਹੇ ਉਹ ਹਿੰਦੂ ਸਿੱਖ ਦਾ ਹੋ ਜਾਵੇ, ਚਾਹੇ ਉਹ ਪੰਜਾਬੀ ਨੌਨ ਪੰਜਾਬੀ ਦਾ ਹੋ ਜਾਵੇ, ਇਹ ਚੱਲੇ ਜਾਣਾ ਹੈ। ਕਿਉਂਕਿ ਜਿਹੜਾ ਕਿਸਾਨ ਮੋਰਚਾ ਲੱਗਿਆ ਉਹਨੇ ਇੱਕ ਬੜੀ ਖਤਰਨਾਕ ਗੱਲ ਸਰਕਾਰ ਲਈ ਪੈਦਾ ਕਰਤੀ ਕਿ ਜੇ ਇਕੱਠੇ ਹੋ ਗਏ, ਭਾਈਚਾਰਾ ਹੋ ਗਿਆ, ਫਿਰ ਇਹ ਖਤਰਨਾਕ ਨਹੀਂ। ਇਸ ਕਰਕੇ ਸ਼ੰਭੂ ਤੋਂ ਇੱਧਰਲੇ ਪਾਸੇ ਚਾਹੇ ਉਹ ਹਿੰਦੂ ਸਿੱਖ ਦਾ ਹੈ, ਚਾਹੇ ਉਹ ਸਿੱਖ ਵਰਸਸ ਸਿੱਖ ਦਾ ਹੈ, ਚਾਹੇ ਉਹ ਸਿੱਖ ਵਰਸਸ ਨਿਹੰਗ ਦਾ ਹੈ, ਸਿੱਖ ਵਰਸਸ ਕਾਮਰੇਡ ਦਾ ਹੈ, ਇਹ ਤੁਸੀਂ ਪਾਈ ਰੱਖੋ ਝਗੜਾ। ਪਰ ਉਹ ਪਿਆ ਹੋਇਆ ਉਹਦੇ ਚੋਂ ਇਹ ਗੱਲ ਨਿਕਲੀ ਹੈ, ਮਤਲਬ ਹੋਰ ਇਹਦੀ ਕੋਈ ਬੈਕਗਰਾਉਂਡ ਨਹੀਂ ਹੈ। ਦੂਜੀ ਚੀਜ਼, ਥੋੜਾ ਜਿਹਾ ਆਮ ਲੋਕਾਂ ਨੂੰ ਨਹੀਂ ਫਰਕ ਪਤਾ ਹੁੰਦਾ ਕਈ ਵਾਰੀ, ਜਿਹੜੀ ਧਾਰਮਿਕ ਪਛਾਣ ਹੈ ਤੇ ਜਿਹੜੀ ਸੱਭਿਆਚਾਰਕ ਪਛਾਣ ਹੈ, ਅਕਸਰ ਅਸੀਂ ਇਹਨੂੰ ਕਨਫਿਊਜ਼ ਕਰ ਲੈਂਦੇ ਹਾਂ। ਅਸੀਂ ਪੰਜਾਬੀ ਆਪਣੇ ਆਪ ਨੂੰ ਸਿੱਖ ਹੀ ਸਮਝਦੇ ਹਾਂ ਮੋਟੇ ਤੌਰ 'ਤੇ, ਖਾਸ ਕਰਕੇ ਜਿਹੜੇ ਰੂਰਲ ਨੇ ਜਾਂ ਜਿਹੜੇ ਕਹਿ ਲਓ ਪੇਂਡੂ ਨੇ ਤੇ ਜਿਹੜੇ ਕਹਿ ਲਓ ਜੱਟ ਸਿੱਖ ਨੇ, ਅਸੀਂ ਇਹ ਬੜੀ ਇਸ ਬਰੀਕੀ 'ਚ ਨਹੀਂ ਪੈਂਦੇ ਕਈ ਵਾਰੀ। ਦੇਖੋ, ਜਿਹੜੀ ਸੱਭਿਆਚਾਰਕ ਪਛਾਣ ਹੈ ਉਹ ਬਦਲੀ ਨਹੀਂ ਜਾ ਸਕਦੀ। ਮੈਂ ਪੰਜਾਬੀ ਹਾਂ, ਮੈਂ ਬੰਗਾਲੀ ਨਹੀਂ ਬਣ ਸਕਦਾ, ਮੈਂ ਗੁਜਰਾਤੀ ਨਹੀਂ ਬਣ ਸਕਦਾ। ਧਾਰਮਿਕ ਪਛਾਣ ਹੈ ਜਿਹੜੀ ਇਹ ਪਰਮਾਨੈਂਟ ਨਹੀਂ ਹੁੰਦੀ, ਇਹ ਬਦਲੀ ਜਾ ਸਕਦੀ ਹੈ। ਅੱਜ ਮੈਂ ਸਿੱਖ ਹਾਂ, ਕੱਲ੍ਹ ਨੂੰ ਮੈਂ ਮੁਸਲਮਾਨ ਹੋ ਸਕਦਾ, ਪਰਸੋਂ ਨੂੰ ਮੈਂ ਕ੍ਰਿਸਚੀਅਨ ਬਣ ਸਕਦਾ, ਮੁੜ ਕੇ ਮੈਂ ਕੋਈ ਹੋਰ ਧਰਮ ਅਡਾਪਟ ਕਰ ਵਾਪਸੀ ਕਰਕੇ ਹਿੰਦੂ ਬਣ ਸਕਦਾ। ਠੀਕ ਹੈ ਜੀ। ਦੂਜੀ ਚੀਜ਼, ਜਿਹੜੀਆਂ ਧਾਰਮਿਕ ਪਛਾਣਾਂ ਨੇ ਇਹਨਾਂ ਨੂੰ ਲੋਕ ਸਮਝਦੇ ਨੇ ਵੀ ਇੱਕੋ ਹੀ ਹੁੰਦੀਆਂ ਨੇ, ਵੀ ਸਾਂਝਾ ਜਜ਼ਬਾ ਹੈ ਜੀ, ਸਾਂਝਾ ਪੰਥ ਹੈ, ਇਹ ਸੇਮ ਹੁੰਦੀਆਂ ਸਾਰਿਆਂ ਦੀਆਂ। ਇਹ ਨਹੀਂ ਹੁੰਦੀਆਂ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਹਿੰਦੂ ਲੱਭਣ ਤੁਰ ਪਓ, ਤੁਹਾਨੂੰ ਉਹਨਾਂ ਦੇ ਵਿੱਚ ਅਨੇਕਾਂ ਹੀ ਗਰੁੱਪ ਮਿਲ ਜਾਣਗੇ। ਮੁਸਲਮਾਨਾਂ 'ਚ ਤੁਰ ਪਓ, ਸ਼ੀਆ, ਸੁੰਨੀ, ਅਹਿਮਦੀਏ, ਕਿੰਨੇ ਹੀ ਮਿਲ ਜਾਣਗੇ। ਸਿੱਖਾਂ 'ਚ ਜਿਹੜਾ ਸਭ ਤੋਂ ਮਤਲਬ ਯੰਗ ਧਰਮ ਹੈ, ਸਭ ਤੋਂ ਛੋਟੀ ਉਮਰ ਦਾ ਧਰਮ ਹੈ, ਅੱਜ ਤੁਰ ਪਓ, ਅੱਜੇ ਹੀ ਤੁਹਾਨੂੰ ਨਾਮਧਾਰੀ, ਨਿਹੰਗ, ਸੇਵਾ ਪੰਥੀ, ਸ਼੍ਰੀ ਚੰਦੀਏ, ਨਿਰਮਲੇ, ਨਾਨਕਸਰੀਏ, ਨਿਰਮਲੇ ਕਿੰਨੇ ਬਿਲਕੁਲ ਉਹਨਾਂ 'ਚ ਵੀ ਅੱਗੇ ਤੁਹਾਨੂੰ ਮਿਲ ਜਾਣਗੇ। ਹਰ ਇੱਕ ਧਾਰਮਿਕ ਗਰੁੱਪ ਦੀ ਜਿਹੜਾ ਵਿਕਾਸ ਹੈ ਉਹਦਾ ਇਸ ਤਰ੍ਹਾਂ ਹੀ ਹੁੰਦਾ ਹੈ। ਮਤਲਬ ਮੋਟੇ ਤੌਰ ਤੇ ਅਸੀਂ ਇੱਕ ਅੰਬਰੇਲਾ ਜਿਹਨੂੰ ਅਸੀਂ ਕਹਿੰਦੇ ਆ ਨਾ, ਕਿ ਮੋਟੇ ਤੌਰ ਤੇ ਇੱਕ ਛਤਰੀ ਹੁੰਦੀ ਹੈ, ਉਹਦੇ ਅੰਡਰ ਥੱਲੇ ਹੁੰਦੇ ਨੇ ਉਹ, ਪਰ ਉਹਦੇ ਵਿੱਚ ਸਹਿਜਧਾਰੀ, ਅੰਮ੍ਰਿਤਧਾਰੀ, ਕਿੰਨਾ ਕੁਛ ਤਾਂ ਚੱਲਦਾ ਹੈ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਫਿਰ ਅਜੇ ਅਸੀਂ ਇਹ ਮੁੜ ਕੇ ਅਸੀਂ ਜਾਤਾਂ ਪਾਤਾਂ ਵੀ ਸ਼ੁਰੂ ਕਰ ਲਈਆਂ ਨੇ ਆਪਣੀਆਂ। ਅੱਜ ਦੀ ਡੇਟ ਦੇ ਵਿੱਚ ਜੋ ਸੋਸ਼ੋਲੋਜੀਕਲੀ, ਸਮਾਜ ਵਿਗਿਆਨ ਦੇ ਤੌਰ ਤੇ ਜਦੋਂ ਮੈਂ ਦੇਖਦਾ ਤਾਂ ਮੈਨੂੰ ਕੀ ਦਿਖਦਾ ਹੈ, ਅਸੀਂ ਜੱਟਵਾਦ ਨੂੰ ਸਿੱਖ ਧਰਮ ਬਣਾ ਲਿਆ। ਜੇ ਤੁਸੀਂ ਬਰੀਕੀ ਦੇ ਵਿੱਚ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਾ ਦੇਖੋਗੇ ਨਾ ਸਫ਼ਰ, ਤਾਂ ਤੁਹਾਨੂੰ ਸਮਝ ਆ ਜਾਊਗੀ ਕਿ ਅੱਜ ਦਾ ਜਿਹੜਾ ਸਿੱਖਵਾਦ ਅਸੀਂ ਕਹਿ ਰਹੇ ਹਾਂ, ਇਹ ਜੱਟਵਾਦ ਹੈ। ਇਸੇ ਤਰ੍ਹਾਂ ਹਿੰਦੂ ਧਰਮ ਨੂੰ ਜਦੋਂ ਤੁਸੀਂ ਬਰੀਕੀ 'ਚ ਜਾ ਕੇ ਦੇਖਦੇ ਹੋ, ਤੁਸੀਂ ਦੇਖੋਗੇ ਕਿ ਹਿੰਦੂ ਧਰਮ ਇਹ ਅਸ਼ਟਵਕਰ ਦੀ ਗੀਤਾ ਵਾਲਾ ਨਹੀਂ ਹੈ, ਇਹ ਸ਼ੰਕਰਾਚਾਰਿਆ ਵਾਲਾ ਵੀ ਨਹੀਂ ਹੈ, ਇਹ ਯੋਗੀਆਂ ਵਾਲਾ ਵੀ ਨਹੀਂ ਹੈ। ਇਹ ਜਿਹੜਾ ਧਰਮ ਹੈ ਬੇਸਿਕਲੀ ਇਹ ਬ੍ਰਾਹਮਣਵਾਦ ਹੈ। ਇਹ ਅਸੀਂ ਧਾਰਮਿਕ ਪਛਾਣਾਂ ਬਾਰੇ ਵੀ ਸਾਡਾ ਗਿਆਨ ਨਹੀਂ ਹੈਗਾ, ਇਸ ਕਰਕੇ ਅਸੀਂ ਉਹਨੂੰ ਸਿਆਸਤ ਦੇ ਵਿੱਚ ਲੈ ਆਉਂਦੇ ਹਾਂ। ਸਿਆਸਤ 'ਚ ਲਿਆ ਕੇ ਫਿਰ ਸਾਡੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ, ਉਹ ਕਮਲ ਕੁੱਟੀ ਜਾਂਦੇ ਨੇ, ਇੱਕ ਦੂਜੇ ਨਾਲ ਲੜੀ ਜਾਂਦੇ ਨੇ, ਇੱਕ ਦੂਜੇ ਦੇ ਜੁੰਡੇ ਪੱਟੀ ਜਾਂਦੇ ਨੇ। ਪਿੱਛੇ ਜਿਹੜੀਆਂ ਸ਼ਕਤੀਆਂ ਬੈਠੀਆਂ ਨੇ ਉਹਨਾਂ ਨੂੰ ਸੂਟ ਕਰਦਾ ਵੀ ਭਾਈ ਲੜੋ ਇੱਕ ਦੂਜੇ ਨਾਲ। ਜੇਕਰ ਆਪਾਂ ਭਗਤ ਸਿੰਘ ਤੇ ਵਾਪਸ ਆਈਏ ਡਾਕਟਰ ਸਾਹਿਬ, ਕਈ ਵਿਦਵਾਨ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਦੇ ਨੇ ਸ਼ਹੀਦੀ ਬਾਰੇ ਭਗਤ ਸਿੰਘ ਦੀ। ਉਹ ਕਹਿੰਦੇ ਨੇ ਕਿ ਵੀ ਅਸੀਂ ਤਾਂ ਮਤਲਬ ਅੱਖੀਂ ਦੇਖਿਆ ਸਭ ਕੁਝ, ਜਦੋਂ ਫਾਂਸੀ ਲਾਉਣ ਲੱਗੇ ਉਦੋਂ ਬੇਹੋਸ਼ ਹੋ ਗਏ ਸੀ ਭਗਤ ਸਿੰਘ, ਤੁਸੀਂ ਵੀ ਹੈ ਨਾ ਜ਼ਰੂਰ ਪੜ੍ਹਿਆ ਹੋਊਗਾ। ਸੋ ਮਤਲਬ ਗੱਲਾਂ ਲੰਮੇ ਸਮੇਂ ਤੋਂ ਚੱਲਦੀਆਂ ਰਹੀਆਂ, ਯਾਨੀ ਕਿ ਟਾਰਗੇਟ ਤੇ ਲੰਮੇ ਸਮੇਂ ਤੋਂ ਭਗਤ ਸਿੰਘ ਰਹੇ ਨੇ। ਅੱਜ ਸਿਮਰਨਜੀਤ ਸਿੰਘ ਮਾਨ, ਪਹਿਲਾਂ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਕਿ ਅਸੀਂ ਬੇਹੋਸ਼ ਹੋ ਗਏ ਸੀ, ਉਹ ਉਸ ਤੋਂ ਬਾਅਦ ਹਲੂਣ ਕੇ ਜਗਾਇਆ ਭਗਤ ਸਿੰਘ ਨੂੰ, ਫਿਰ ਫਾਂਸੀ ਦਿੱਤੀ ਗਈ। ਲੰਮੇ ਸਮੇਂ ਤੋਂ ਇਹ ਪ੍ਰੋਸੀਜਰ ਚੱਲਦਾ। ਹੁਣ ਕਈ ਕਹਿੰਦੇ ਨੇ ਜੈ ਮਾਤਾ ਦੀ ਵੀ ਲਿਖਿਆ ਜਾਂ ਕਿਹਾ, ਬੜਾ ਇੱਦਾਂ ਦਾ ਹੈਗਾ। ਮੁਸ਼ਕਿਲ ਪਤਾ ਕੀ ਹੈ ਭਗਤ ਸਿੰਘ ਨਾਲ, ਭਗਤ ਸਿੰਘ ਨੂੰ ਸਾਰੇ ਅਪਣਾਉਣਾ ਚਾਹੁੰਦੇ ਨੇ, ਵੇਚਣਾ ਚਾਹੁੰਦੇ ਨੇ। ਸਾਡੇ ਸੀਐਮ ਸਾਹਿਬ ਵੀ ਉੱਥੇ ਮੱਥਾ ਟੇਕ ਕੇ, ਪਹਿਲਾਂ ਗਿਆਨੀ ਜੈਲ ਸਿੰਘ ਨੇ ਉਹਦੀ ਮਦਰ ਨੂੰ ਰਾਜ ਮਾਤਾ ਦਾ ਖਿਤਾਬ ਦਿੱਤਾ। ਜਦੋਂ ਜੱਫੇ 'ਚ ਨਹੀਂ ਆਉਂਦਾ
ਫਿਰ ਉਹਨੂੰ ਖਤਮ ਕਰਨਾ ਚਾਹੁੰਦੇ ਨੇ। ਇੱਕੋ ਹੀ ਬਿਰਤੀ, ਇੱਕੋ ਹੀ ਹੈ ਦੋਨਾਂ ਦੇ ਪਿੱਛੇ। ਜਿਹੜੀ ਵੀ ਹਕੂਮਤ ਕਰਨ ਵਾਲੀ ਧਿਰ ਹੈ, ਜਿਹੜੀ ਵੀ ਸੱਤਾਧਾਰੀ ਧਿਰ ਹੈ, ਉਹਨੂੰ ਭਗਤ ਸਿੰਘ ਹਜਮ ਨਹੀਂ ਆ ਸਕਦਾ, ਕਿਉਂਕਿ ਭਗਤ ਸਿੰਘ ਬੇਸਿਕਲੀ ਬਗਾਵਤ ਦਾ ਚਿੰਨ੍ਹ ਹੈ। ਚਲੋ ਮੰਨ ਲਿਆ ਕਿ ਬੇਹੋਸ਼ ਹੋ ਗਿਆ ਸੀ, ਉਹ ਜਿਹੜੇ ਸੱਜਣ ਉੱਥੇ ਦੇਖ ਰਹੇ ਸੀ ਉਹਨਾਂ ਦੀ ਥੋੜੀ ਹਿਸਟਰੀ ਪੜ੍ਹ ਲਿਓ ਕਿ ਉਹ ਕੀ ਕਰਨ ਗਏ ਸੀ ਉੱਥੇ, ਕੌਣ ਲੈ ਕੇ ਗਿਆ ਸੀ ਉਹਨਾਂ ਨੂੰ। ਇਹ ਬੇਸਿਕਲੀ ਸਾਡੀ ਬਦਕਿਸਮਤੀ ਹੈ ਕਿ ਸਾਡੇ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਨੂੰ ਆਪਣੇ ਵਿਰਸੇ ਦੀ ਸਮਝ ਨਹੀਂ ਹੈ। ਸਾਡੇ ਤਾਂ ਇੱਕ ਲਫ਼ਜ਼ ਖਾਤਰ ਮੁਸਲਮਾਨ ਤੋਂ ਡਰਦੇ ਹਾਂ, ਬੇਈਮਾਨ ਲਫ਼ਜ਼ ਵਰਤਣ ਕਰਕੇ ਪੰਥ ਚੋਂ ਕੱਢਤਾ ਸੀ ਗੁਰੂ ਨੇ। ਬਿਲਕੁਲ। ਸੱਤਾ ਨਾਲ ਸਾਡਾ ਜਿਹੜਾ ਰਿਸ਼ਤਾ ਹੈ, ਸਿੱਖੀ ਦਾ, ਜਿਹੜੀ ਸਿੱਖ ਸਿਆਸਤ ਦਾ ਵੀ, ਸਿੱਖ ਧਰਮ ਦਾ ਵੀ, ਸੱਤਾ ਨਾਲ ਰਿਸ਼ਤਾ ਹੈ ਜਿਹੜਾ, ਉਹ ਇਸ ਤਰ੍ਹਾਂ ਦਾ ਨਹੀਂ ਰਿਹਾ। ਕਦੇ ਵੀ ਸਿੱਖ ਜਮੂਰੇ ਬਣ ਕੇ ਨਹੀਂ ਨੱਚੇ। ਇਹ ਹੁਣ ਹੋ ਰਿਹਾ, ਪਤਾ ਨਹੀਂ ਕੁਝ ਚੇਤਨ ਤੌਰ ਤੇ ਕਰ ਰਹੇ ਹੋਣਗੇ, ਕੁਝ ਅਚੇਤਨ ਤੌਰ ਤੇ ਕਰ ਰਹੇ ਹੋਣਗੇ। ਸਾਡੇ ਇੱਥੇ ਇੱਕ ਬਹੁਤ ਸਿਆਣੇ ਪ੍ਰੋਫੈਸਰ ਹੁੰਦੇ ਸੀ, ਉਹਨਾਂ ਨੇ ਮੈਨੂੰ ਇੱਕ ਵਾਰੀ ਗੱਲ ਕਹੀ, ਉਹ ਕਹਿੰਦੇ ਜਿਹੜੀ ਜਮਹੂਰੀਅਤ ਹੈ ਨਾ, ਇਹਨੂੰ ਜਮਹੂਰੀਅਤ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਮੈਂ ਪੁੱਛਿਆ, ਮੈਂ ਇਹਦਾ ਕੀ ਮਤਲਬ ਹੈ? ਉਹ ਕਹਿੰਦੇ ਜਮਹੂਰ ਦਾ ਮਤਲਬ ਹੁੰਦਾ ਲੋਕ, ਜਮਹੂਰੀਅਤ ਦਾ ਮਤਲਬ ਹੁੰਦਾ ਲੋਕ ਰਾਜ। ਪਰ ਜਦੋਂ ਛੋਟੇ ਕੱਦ ਦੇ ਬੰਦੇ ਆ ਜਾਣ ਨਾ, ਉਹਨਾਂ ਨੂੰ ਜਿਹੜੀਆਂ ਪਿੱਛੇ ਬੈਠੀਆਂ ਸ਼ਕਤੀਆਂ ਨੇ, ਚਾਹੇ ਉਹ ਕਾਰਪੋਰੇਟ ਵਰਲਡ ਹੋਵੇ, ਚਾਹੇ ਉਹ ਏਜੰਸੀਆਂ ਹੋਣ, ਚਾਹੇ ਉਹ ਸਾਮਰਾਜੀ ਸ਼ਕਤੀਆਂ ਹੋਣ, ਉਹ ਜਮਹੂਰੀਆਂ ਦੀ ਤਰ੍ਹਾਂ ਨਚਾਉਣ ਲੱਗ ਜਾਂਦੀਆਂ ਨੇ। ਉਹ ਫਿਰ ਜਮਹੂਰੀਅਤ ਬਣ ਜਾਂਦੀ ਹੈ। ਅਸੀਂ ਅੱਜ ਜਮਹੂਰੀਅਤ ਦੇਖ ਰਹੇ ਹਾਂ ਕਿ ਇਹ ਲੋਕ ਜਮਹੂਰੀਆਂ ਦੀ ਤਰ੍ਹਾਂ ਨੱਚਦੇ ਨੇ, ਕਦੇ ਕੋਈ ਬਿਆਨ, ਕਦੇ ਕੋਈ ਚੀਜ਼। ਉਹ ਕਾਰਨ ਕੀ ਹੈ? ਕਿ ਉਹ ਸੱਤਾ ਦੇ ਨੇੜੇ ਰਹਿਣਾ ਚਾਹੁੰਦੇ ਨੇ, ਸੱਤਾ ਉਹਨਾਂ ਨੂੰ ਯੂਜ਼ ਕਰ ਰਹੀ ਹੈ, ਵਰਤ ਰਹੀ ਹੈ। ਸੋ ਇਹ ਬਦਕਿਸਮਤੀ ਹੈ ਕਿ, ਪਰ ਇਹ ਹੈ ਵੀ ਭਗਤ ਸਿੰਘ ਮੇਰਾ ਖਿਆਲ ਹੈ ਏਡੀ ਵੱਡੀ ਸ਼ਖਸੀਅਤ ਹੈ, ਜਾਂ ਏਡਾ ਵੱਡਾ ਉਹਦਾ ਬਿੰਬ ਹੈ ਸਾਡੇ ਮਨਾਂ ਦੇ ਵਿੱਚ। ਸਾਡੇ ਨਹੀਂ ਇਕੱਲਾ, ਸਾਰੇ ਇਸ ਸਾਊਥ ਏਸ਼ੀਆ ਦੇ ਖਿੱਤੇ 'ਚ ਵੀ ਔਰ ਦੁਨੀਆ 'ਚ ਵੀ, ਜਿੱਥੇ ਕਿਤੇ ਬਗਾਵਤ ਹੋਊਗੀ, ਜਦ ਕਦੇ ਵੀ ਹੋਊਗੀ, ਤਾਂ ਭਗਤ ਸਿੰਘ ਦੀ ਸਪਿਰਿਟ ਉਹਦੇ ਪਿੱਛੇ ਹੋਊਗੀ। ਪਰ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਕਹਿੰਦੇ ਨੇ ਵਿਦਵਾਨ, ਜਦੋਂ ਆਪਣੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਭਗਤ ਸਿੰਘ ਉਹਨਾਂ ਦੇ ਸਾਥੀ ਵੀ ਨਾਲ ਸੀ। ਤੇ ਭਗਤ ਸਿੰਘ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ, ਵੀ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਤਸਵੀਰ ਵੀ ਭਗਤ ਸਿੰਘ ਆਪਣੇ ਨਾਲ ਰੱਖਦਾ ਸੀ। ਹਾਂ, ਤੇ ਵੀ ਜੋ ਜਿਵੇਂ ਕਰਤਾਰ ਸਿੰਘ ਸਰਾਭਾ ਹੋ ਗਏ ਜਾਂ ਨਾਲ ਦੇ ਸਾਥੀ ਹੋ ਗਏ, ਉਹਨਾਂ ਦਾ ਕੱਦ ਐਡਾ ਨਹੀਂ ਹੋ ਪਾਇਆ ਵੀ ਜਿੰਨਾ ਭਗਤ ਸਿੰਘ ਦਾ। ਇਸ 'ਤੇ ਵੀ ਸਵਾਲ ਚੁੱਕਦੇ ਨੇ ਫਿਰ ਵੀ ਉਹਨਾਂ ਦਾ ਕਿਉਂ ਨਹੀਂ? ਦੇਖੋ, ਇੱਕ ਤਾਂ ਮੈਨੂੰ ਐਂ ਲੱਗਦਾ ਵੀ ਸਾਰੇ ਸ਼ਹੀਦ ਹੀ ਸਾਡੇ ਲਈ ਸ਼ਰਧਾ ਦੇ। ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਅਸੀਂ ਅੱਜ ਜੋ ਵੀ ਆਜ਼ਾਦੀਆਂ ਮੰਨ ਰਹੇ ਹਾਂ ਜੀ, ਅਸੀਂ ਜਿਹੜਾ ਆਪਸ ਦੇ ਵਿੱਚ ਲੜ ਵੀ ਰਹੇ ਹਾਂ ਇੱਕ ਦੂਜੇ ਨਾਲ, ਇਹ ਹੱਕ ਵੀ ਸਾਨੂੰ ਇਹਨਾਂ ਲੋਕਾਂ ਨੇ ਦਵਾਇਆ ਹੈ। ਦੂਜੀ ਚੀਜ਼ ਇਹ ਹੁੰਦੀ ਹੈ ਵੀ ਕੋਈ ਚੀਜ਼ ਮਸ਼ਹੂਰ ਕਿਉਂ ਹੋ ਗਈ ਜ਼ਿਆਦਾ, ਜਾਂ ਲੋਕ ਮਨ ਦੇ ਵਿੱਚ ਜ਼ਿਆਦਾ ਮਕਬੂਲ ਕਿਉਂ ਹੋ ਗਈ ਜਾਂ ਕਿਉਂ ਨਹੀਂ ਹੋਈ, ਇਹ ਇਹਨਾਂ ਨੂੰ ਪਤਾ ਨਹੀਂ। ਇਹ ਸੱਭਿਆਚਾਰਕ ਪ੍ਰੋਸੈਸ ਹੁੰਦੇ ਨੇ। ਸੱਭਿਆਚਾਰ ਦੇ ਵਿੱਚ ਕਈ ਵਾਰ ਕੋਈ ਚੀਜ਼ ਹੈ ਜਿਹੜੀ ਉਹ ਲੋਕ ਮਨ ਨੂੰ ਜ਼ਿਆਦਾ ਭਾ ਜਾਂਦੀ ਹੈ, ਕਈ ਵਾਰ ਉਨੀ ਨਹੀਂ ਪਾਉਂਦੀ। ਇਹਦਾ ਇੱਕ ਆਪਣੀ ਪ੍ਰਕਿਰਿਆ ਹੈ, ਇਹਦੀ ਇੱਕ ਆਪਣੀ ਸਾਇੰਸ ਹੈ ਪੂਰੀ ਦੀ ਪੂਰੀ। ਸੋ ਉਹ ਯੰਗ ਸੀ, 23 ਸਾਲ ਦੀ ਉਮਰ ਸੀ, ਨਾਲ ਉਹਦੇ ਸਾਥੀ ਸੀ, ਉਹ ਲਿਖਦਾ ਬਹੁਤ ਸੀ, ਮਤਲਬ ਉਹਦੇ ਕੁਝ ਗੁਣ ਸੀਗੇ ਜਿਹੜੇ ਉਹਨੂੰ ਹੀਰੋ ਬਣਾ ਰਹੇ ਸੀ। ਜਿਨ੍ਹਾਂ ਨੂੰ ਆਪਣੇ ਹੀਰੋ ਸਮਝਦਾ ਸੀ, ਉਹਦੇ ਨਾਲੋਂ ਵੀ ਵੱਧ ਉਹਨੂੰ ਮਕਬੂਲੀਅਤ ਮਿਲ ਗਈ। ਇਹ ਸਾਡੇ ਲੋਕ ਮਨ ਦਾ ਇੱਕ ਪ੍ਰਕਿਰਿਆ ਹੈ। ਅਸੀਂ ਤਾਂ ਹੁਣ ਮਿਰਜ਼ੇ ਨੂੰ, ਰਾਂਝੇ ਨੂੰ, ਮਤਲਬ ਅਸੀਂ ਉਹਨਾਂ ਨੂੰ ਵੀ ਤਾਂ ਕਰਦੇ ਹਾਂ। ਦੁੱਲੇ ਪੱਟੀ ਨੂੰ, ਜਿਉਣੇ ਮੋੜ ਨੂੰ, ਸੁੱਚੇ ਸੂਰਮੇ ਨੂੰ ਕਿਹਨੇ ਬਣਾਇਆ? ਇਹਦੇ ਪਿੱਛੇ ਤਾਂ ਉਹ ਕਹਿੰਦੇ ਨੇ ਜਿਹੜੇ ਵਿਚਾਰੇ, ਉਹਨਾਂ ਦੀ ਸਮੱਸਿਆ ਹੈ, ਉਹ ਕਹਿੰਦੇ ਕਾਮਰੇਡਾਂ ਨੇ ਚੱਕਤਾ ਜ਼ਿਆਦਾ, ਕਾਮਰੇਡ ਯੂਨੀਵਰਸਿਟੀਆਂ 'ਚ ਲੱਗ ਗਏ, ਜੇ ਹੋ ਗਏ। ਉਦੋਂ ਕਿਹੜੇ ਕਾਮਰੇਡ ਸੀ? ਜਿਹੜੇ ਉਦੋਂ ਦੇ ਕਾਮਰੇਡ ਸੀ ਤਾਂ ਭਗਤ ਸਿੰਘ ਦੇ ਨਾਲ ਵੀ ਨਹੀਂ ਸੀ। ਇਨਫੈਕਟ ਜਿਨ੍ਹਾਂ ਨੇ ਕੁਝ ਕਾਮਰੇਡਾਂ ਨੇ ਕਿਤਾਬਾਂ ਲਿਖੀਆਂ ਵੀ ਨੇ, ਉਹ ਇੱਕ ਪੰਡਿਤ ਕਿਸ਼ੋਰੀ ਲਾਲ ਹੁੰਦਾ ਸੀ, ਉਹਦੇ ਨਾਲ ਜਿਹੜਾ ਰਿਹਾ ਸੀ, ਅਸੀਂ ਸੁਣਦੇ ਹੁੰਦੇ ਸੀ। ਉਹਨਾਂ ਨੂੰ ਵਿਚਾਰਿਆਂ ਨੂੰ, ਉਹਨਾਂ ਦੀ ਇੰਨੀ ਔਕਾਤ ਕਿੱਥੇ ਸੀ? ਗੱਲ ਇਹ ਕਿ ਇਹਦੀ ਅਪੀਲ ਇਸ ਕਰਕੇ ਜ਼ਿਆਦਾ ਹੈ ਕਿ ਭਗਤ ਸਿੰਘ ਪੰਜਾਬੀਆਂ ਦੇ ਅੰਦਰ ਜਿਹੜਾ ਬਗਾਵਤ ਦਾ ਜਜ਼ਬਾ ਹੈ, ਉਹਦਾ ਨੁਮਾਇੰਦਾ ਬਣ ਗਿਆ। ਜਿਹੜੇ ਲੋਕ ਉਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਘੜੀਸਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਬੇਸਿਕਲੀ ਅੰਗਰੇਜ਼ਾਂ ਦੇ ਜਿਹੜੇ ਝੋਲੀ ਚੱਕ, ਟੁੱਕੜ ਪੋਚ, ਉਹਨਾਂ ਦੇ ਟਾਊਟ ਜਿਹੜੀਆਂ ਵਿਚਾਰਧਾਰਾਵਾਂ ਸੀ ਜਾਂ ਲੋਕ ਸੀ, ਉਹਨਾਂ ਦੇ ਰਾਹੀਂ ਉਹ ਆਉਂਦੇ ਨੇ, ਉਹਨਾਂ ਨੂੰ ਜਸਟੀਫਾਈ ਕਰਨਾ ਚਾਹੁੰਦੇ ਨੇ। ਉਹ ਵੀ ਔਖਾ ਕੰਮ ਹੈ ਨਾ ਬਹੁਤ। ਤੁਸੀਂ ਸਾਧੂ ਸਿੰਘ ਹਮਦਰਦ ਦੀ ਕਿਤਾਬ ਪੜ੍ਹਿਓ, ਯਾਦ ਬਣੀ ਇਤਿਹਾਸ, ਉਹ ਬੜੀ ਦਿਲਚਸਪ ਕਿਤਾਬ ਹੈ। ਸਾਧੂ ਸਿੰਘ ਹਮਦਰਦ ਤਾਂ ਕੋਈ ਕਾਮਰੇਡ ਨਹੀਂ ਸੀ। ਉਹ ਲਿਖਦਾ ਹੈ ਕਿ ਜਦੋਂ ਸਨਮਾਨਿਤ ਕੀਤਾ ਗਿਆ ਡਾਇਰ ਨੂੰ, ਉਹ 'ਚ ਕੌਣ ਕੌਣ ਸ਼ਾਮਿਲ ਸੀ, ਚੀਫ ਖਾਲਸਾ ਦੀਵਾਨ ਦੇ ਕਿਹੜੇ ਕਿਹੜੇ ਬੰਦੇ ਸ਼ਾਮਿਲ ਸੀ।
ਸੋ ਸਾਡੇ ਜਿਹੜੇ ਸੱਤਾਧਾਰੀ ਸੀ ਉਹ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਕਰਦੇ ਸੀ, ਹਿੰਦੂਆਂ ਚੋਂ ਵੀ, ਮੁਸਲਮਾਨਾਂ ਚੋਂ ਵੀ, ਸਿੱਖਾਂ ਚੋਂ ਵੀ। ਇਹ ਉਹਨਾਂ ਦੀ ਸਮੱਸਿਆ ਹੈ। ਉਹਨਾਂ ਨੂੰ ਭਗਤ ਸਿੰਘ ਕਦੇ ਹਜਮ ਨਹੀਂ ਆਇਆ। ਹਜ਼ਮ ਨਹੀਂ ਹੋਇਆ, ਬਿਲਕੁਲ। ਜੇ ਹਜਮ ਆ ਗਿਆ ਤਾਂ ਉਹ ਭਗਤ ਸਿੰਘ ਨਹੀਂ ਹੋਊਗਾ। ਸੋ ਇਸ ਕਰਕੇ ਇਹ ਰਹਿਣੀ ਹੈ ਸਮੱਸਿਆ। ਇਹ ਵਿਚਾਰੇ, ਇਹਨਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਦੁਖੀ ਨੇ ਬੰਦੇ, ਮਤਲਬ ਇਹ ਅੰਗਰੇਜ਼ਾਂ ਦੇ ਟਾਈਮ ਉਹਨਾਂ 'ਚ ਬੜੀਆਂ ਸੋਹਣੀਆਂ ਜਗੀਰਾਂ ਮਿਲ ਗਈਆਂ, ਬੜਾ ਰਾਜ ਭਾਗ ਕਰਿਆ। ਉਹਨਾਂ ਨੂੰ ਦੁੱਖ ਲੱਗਦਾ ਹੈ, ਭਗਤ ਸਿੰਘ ਜਦ ਵੀ ਡਰਾਉਂਦਾ ਹੈ ਉਹਨਾਂ ਨੂੰ ਸੁਪਨਿਆਂ 'ਚ ਆ ਕੇ ਕਿ ਰਾਜ ਭਾਗ ਖੁੱਸ ਗਏ ਉਹਨਾਂ ਦੇ। ਜਾਂ ਫਿਰ ਰਜਵਾੜਾ ਸ਼ਾਹੀ ਦੇ ਨੁਮਾਇੰਦੇ ਨੇ ਇਹ, ਬਾਅਦ ਦੇ ਵਿੱਚ ਕਾਮਰੇਡਾਂ ਨੇ ਇਹਨਾਂ ਤੋਂ ਜ਼ਮੀਨਾਂ ਖੋਹ ਕੇ ਵੰਡੀਆਂ। ਸੋ ਉਹਨਾਂ ਦੀ ਪੀੜਾ ਤਾਂ ਸੱਚੀ ਹੈ, ਪਰ ਇਹ ਵੀ ਉਹ ਪੀੜਾ ਦੇ ਨਾਂ ਹੇਠ ਜਿਹੜੇ ਉਹਨਾਂ ਨੂੰ ਸ਼ਕਤੀਆਂ ਨਚਾ ਰਹੀਆਂ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਇਹ ਚਾਹੁੰਦੇ ਨੇ ਸਿਰਫ ਕਿ ਪੰਜਾਬ ਦੇ ਵਿੱਚ ਆਪਸ ਵਿੱਚ ਤੁਸੀਂ ਸਿੱਖਾਂ ਦੇ ਨਾਂ ਹੇਠ, ਤੁਸੀਂ ਸਿੱਖ ਹਿੰਦੂ ਦੇ ਨਾਂ ਹੇਠ, ਤੁਸੀਂ ਸਿੱਖ ਕਾਮਰੇ ਦੇ ਨਾਂ ਹੇਠ ਇੱਕ ਦੂਜੇ ਦੇ ਜੁੰਡੇ ਪੱਟੀ ਜਾਓ। ਉਹ ਖੁਸ਼ ਨੇ, ਕਿਉਂਕਿ ਜਦੋਂ ਇਕੱਠੇ ਹੋਣਗੇ, ਭਾਈਚਾਰਾ ਬਣੂਗਾ, ਫਿਰ ਤਾਂ ਦੇਖਣਗੇ ਨਾ ਕੁਰਸੀਆਂ ਵੱਲ ਨੂੰ, ਉੱਚੀਆਂ ਵੱਲ ਨੂੰ, ਸਵਾਲ ਕਰਨਗੇ ਉਹਨਾਂ ਨੂੰ। ਇਹ ਉਹ ਨਹੀਂ ਚਾਹੁੰਦੇ। ਸੋ ਇਹ ਏਜੰਡਾ ਲਾਗੂ ਹੋ ਰਿਹਾ, ਇਸੇ ਚੋਂ ਇਹ ਡਿਸਕਸ਼ਨ ਨਿਕਲੀ ਹੈ। ਲੋੜ ਹੈ ਸੀ ਇਸ ਡਿਸਕਸ਼ਨ ਦੀ? ਵੈਸੇ ਲੋੜ ਨਹੀਂ ਸੀ, ਹੋਰ ਵੀ ਨਿਕਲਣਗੀਆਂ। ਮੈਂ ਤਾਂ ਅੰਦਾਜ਼ਾ ਲਾ ਰਿਹਾ ਵੀ ਅਜੇ ਹੋਰ ਨਿਕਲਣਗੀਆਂ ਥੋੜ੍ਹੀਆਂ ਬਹੁਤ, ਜਿਹੜੀਆਂ ਲੋਕਾਂ 'ਚ ਆਪਣੇ ਆਪ ਦੇ ਵਿੱਚ ਪਾੜਾ ਪਾਉਣ ਵਾਲੀਆਂ, ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੇ ਕਰਨ ਵਾਲੀਆਂ ਜਿੰਨੀਆਂ ਵੀ ਮੁੱਦੇ ਹੋਣਗੇ, ਉਹ ਇਸ ਤਰ੍ਹਾਂ ਦੀ ਜਿਹੜੀ ਜਮਹੂਰੀਅਤ ਹੈ ਉਹ 'ਚ ਜਿਹੜੇ ਇਦਾਂ ਦੇ ਜਮਹੂਰੇ ਨੇ ਉਹ ਜ਼ਰੂਰ ਇਦਾਂ ਦੇ ਖੇਡ ਕਰਨਗੇ ਆਉਣ ਵਾਲੇ ਦਿਨਾਂ 'ਚ। ਲੋਕਾਂ ਨੂੰ ਸਗੋਂ ਮੇਰਾ ਖਿਆਲ ਹੈ ਇਹਦੇ 'ਤੇ ਬਹੁਤ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਕੋਈ ਮੈਸੇਜ ਵੀ ਲੋਕਾਂ ਨੂੰ ਸਾਵਧਾਨ ਕਿਵੇਂ, ਮਤਲਬ ਵੀ? ਇੱਕ ਦੇਖੋ ਮੈਸੇਜ ਤਾਂ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ, ਗੋਦੀ ਮੀਡੀਆ ਤਾਂ ਚਲੋ ਹੈ ਹੀ ਜੋ ਹੈ, ਜਿਹੜਾ ਸੋਸ਼ਲ ਮੀਡੀਆ, ਫੇਸਬੁੱਕ ਹੈ, ਟਵਿੱਟਰ ਹੈ, ਜਾਂ ਆਪਣੇ ਆਹ ਚੈਨਲ ਨੇ ਸਾਰੇ ਦੇ ਸਾਰੇ, ਇਹਦੇ ਉੱਪਰ ਇੱਕ ਟੈਕਨੋਲੋਜੀ ਦੇ ਨਾਲ ਇੱਕ ਕੈਪੈਸਿਟੀ ਇੰਨੀ ਆ ਗਈ ਹੈ ਕਿ ਬਹੁਤ ਫੈਲਾਈ ਜਾ ਸਕਦੀ ਹੈ ਕੋਈ ਗੱਲ। ਇੱਕ ਗੱਲ ਜਿਹੜੀ ਮੈਂ ਕਹਿ ਰਿਹਾ, ਜੇ ਮੇਰੇ ਕੋਲ ਸ਼ਕਤੀ ਹੋਵੇ ਜਾਂ ਮੇਰੇ ਕੋਲ ਟੈਕਨੋਲੋਜੀ ਹੋਵੇ ਤਾਂ ਇਹ ਲੱਗਣ ਲੱਗ ਸਕਦਾ ਵੀ ਇਹ ਲੱਖ ਬੰਦਾ ਕਹਿ ਰਿਹਾ ਇਹ ਗੱਲ। ਇਹਦੇ ਨਾਲ ਆਮ ਬੰਦਾ ਭਰਮ ਜਾਂਦਾ ਹੈ। ਇਸ ਕਰਕੇ ਜਿਹੜਾ ਸੱਚ ਹੈ ਉਹ ਵੈਰੀਫਾਈ ਕਰਨਾ ਜ਼ਰੂਰੀ ਹੈ। ਜਿਹੜੀਆਂ ਅਸੀਂ ਅੱਗੇ ਫਾਰਵਰਡ ਅੱਖਾਂ ਵਿੱਚ ਕੇ ਸਵੇਰੇ ਕਰਦੇ ਹਾਂ ਉਹ ਨਹੀਂ ਕਰਨੀਆਂ ਚਾਹੀਦੀਆਂ। ਦੂਜੀ ਗੱਲ, ਜਿਹੜਾ ਲੈਵਲ ਹੈ ਡਿਸਕਸ਼ਨ ਦਾ, ਲੱਖ ਵਿਚਾਰ ਦੂਰ ਦੇ ਹੋਣ, ਉਹ ਜ਼ਰੂਰ ਮੇਨਟੇਨ ਕਰਨਾ ਚਾਹੀਦਾ। ਕਈਆਂ ਨੇ ਕਿਹਾ ਕਿ ਜੀ ਅਸੀਂ ਮਾਨ ਸਾਹਿਬ ਦੀ ਪੱਗ ਲਾ ਦਾਂਗੇ, ਜੇ ਕਰ ਦਾਂਗੇ, ਉਹ ਕਰ ਦਾਂਗੇ। ਮੇਰਾ ਖਿਆਲ ਇਹ ਲੈਵਲ ਜਿਹੜਾ ਹੈ ਨਾ, ਇਹ ਅਵੋਇਡ ਕਰਨਾ ਚਾਹੀਦਾ। ਅਸੀਂ ਫਿਰ ਵੀ ਇੱਕ ਸੱਭਿਅਕ ਬੰਦੇ ਆ, ਮਤਲਬ ਕਿਸੇ ਦਾ ਕੋਈ ਵਿਚਾਰ ਹੋ ਸਕਦੇ ਨੇ, ਤੁਸੀਂ ਉਹਨੂੰ ਸੁਣੋ, ਨਾ ਜਵਾਬ ਦਿਓ ਉਹਦਾ, ਜਾਂ ਉਹਦਾ ਜਵਾਬ ਦਲੀਲ ਨਾਲ ਦੇ ਦਿਓ ਤੁਸੀਂ, ਐਸੀ ਕੋਈ ਗੱਲ ਨਹੀਂ ਹੈ। ਸੋ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ, ਇਹਦੇ ਤੋਂ ਜਾਗਣ ਦੀ ਜ਼ਰੂਰਤ ਹੈ, ਸਾਵਧਾਨ ਹੋਣ ਦੀ ਜ਼ਰੂਰਤ ਹੈ। ਜੇ ਭਗਤ ਸਿੰਘ ਹੁੰਦਾ ਤਾਂ ਬਿਲਕੁਲ ਇਸ ਤਰ੍ਹਾਂ ਦੀ ਬਹਿਸ ਨਾ ਕਰਦਾ। ਸਰਾਭਾ ਹੁੰਦਾ ਉਹਨੇ ਵੀ ਇਸ ਤਰ੍ਹਾਂ ਦੀ ਨਹੀਂ ਸੀ ਕਰਨੀ। ਜੇ ਉਹ ਇਸ ਤਰ੍ਹਾਂ ਦੀਆਂ ਬਹਿਸਾਂ 'ਚ ਪੈਂਦੇ ਫਿਰ ਤਾਂ ਅੰਗਰੇਜ਼ਾਂ ਨੂੰ ਉਹਨਾਂ ਤੋਂ ਡਰ ਹੀ ਕੋਈ ਨਹੀਂ ਸੀ। ਬਿਲਕੁਲ, ਉਹਨਾਂ ਦਾ ਫੋਕਸ ਕੰਮ ਤੇ ਸੀ, ਫਿਰ ਰੌਲੇ ਰੱਪੇ ਤੇ ਨਹੀਂ ਸੀ। ਫਿਰ ਆਜ਼ਾਦੀ ਵੀ ਨਹੀਂ ਸੀ ਮਿਲਣੀ, ਫਿਰ ਅਸੀਂ ਇੱਥੇ ਬੈਠ ਕੇ ਡਿਸਕਸ਼ਨ ਵੀ ਨਹੀਂ ਸੀ ਕਰਨ ਜੋਗੇ। ਨਹੀਂ ਕਰਨੀ, ਬਿਲਕੁਲ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਤੇ ਅਸੀਂ ਇਸ ਮਾਮਲੇ ਤੇ ਗੱਲਬਾਤ ਜਾਣੀ। ਤੁਸੀਂ ਸਮਝੇ ਵੀ ਹੋਗਾ ਸਾਰਾ ਮਾਮਲਾ। ਆਪਣੀ ਫੀਡਬੈਕ ਤੁਸੀਂ ਕਮੈਂਟ ਬਾਕਸ ਦੇ ਵਿੱਚ, ਕਮੈਂਟ ਦੇ ਵਿੱਚ ਜ਼ਰੂਰ ਰੂਪ ਦੇ ਵਿੱਚ ਭੇਜਿਓ, ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਨ ਚੈਨਲ ਪੰਜਾਬੀ ਤੇ। ਸ਼ੁਕਰੀਆ।